सतनाम श्री वाहिगुरु साहिब जी। तुझे आगे अरदास हमारी, जियो पिंड सब तेरा, कह नानक सब तेरी वड्याई, कह नानक सब तेरी वड्याई। कोई नाम न जाने मेरा, जिन कल राखी मेरी सतगुर नानक तू बलिहारी। जिन कल राखी मेरी सतगुर नानक तू बलिहारी।
Guru Nanak Balihare, Satguru Nanak Balihare. Guru Nanak Balihare, Guru Nanak Balihare, Balihare, Satguru ज्ञान ध्यान किस कर्म न जाना, सार न जाना तेरी, सबसे बचा सतगुरु नानक, जिन कल राखी मेरी, बलिहारी गुर अपने त्योहारी सत मानस करत न लागी देखो चंदा सूरत चढ़े देवते बनाए राम बलिहार देवते बनाए राम बलिहार Ram
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਰਹਿਮਤ ਕੀਤੀ ਹੈ ਜੋ ਪਰਿਵਾਰ ਵਾਲਿਆਂ ਵੱਲੋਂ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਅਸੀਂ ਤੁਸੀਂ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਰਹੇ ਹਾਂ। ਇਹਨਾਂ ਖੁਸ਼ੀਆਂ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਪਾ ਜਾਪ ਹੋਏ। ਬੜਭਾਗੇ ਹੋ ਜੋ ਮਹਾਰਾਜ ਦੀ ਚਰਨ ਸ਼ਰਨ ਵਿੱਚ ਬੈਠ ਕੇ ਗੁਰਬਾਣੀ ਦਾ ਤੁਰਕੀ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ, ਉਪਰੰਤ ਹਰੀ ਜਸ ਹਰੀ ਕੀਰਤਨ ਦਾ ਉਦਮ ਕੀਤਾ ਹੈ। ਇਹਨਾਂ ਦੇ ਉਦਮ ਸਦਕਾ ਆਪਾਂ ਸਾਰਿਆਂ ਨੂੰ ਇਹਨਾਂ ਦਰਗਾਹੀ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਮਿਲਿਆ ਹੈ। ਪੜ੍ਹ ਕੇ ਹਟੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰਤਾ ਰੱਖ ਕੇ ਆਪਣੇ ਮਨ ਦੀ ਇਕਾਗਰਤਾ ਬਣਾ ਕੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਨਾਲ ਦੀ ਨਾਲ ਹਰੀ ਜਸ ਹਰੀ ਕੀਰਤਨ ਸੁਣਦੇ ਹਾਂ, ਉਹਦੀ ਵਿਚਾਰ ਕਰਦੇ ਹਾਂ, ਨਾਲ ਦੀ ਨਾਲ ਫਿਰ ਜਾ ਕੇ ਕੋਈ ਲਾਭ ਪ੍ਰਾਪਤ ਹੋਇਆ ਕਰਦਾ ਹੈ। ਸੰਸਾਰ ਦੇ ਕੰਮ ਕਰਦੇ ਹਾਂ, ਘਰੇਲੂ ਕੰਮ ਕਰਦੇ ਹਾਂ, ਦੇਖ ਲਓ ਥੋੜ੍ਹਾ ਜਿਹਾ ਧਿਆਨ ਇੱਧਰ ਤੋਂ ਉੱਧਰ ਹੁੰਦਾ ਹੈ, ਦੁਰਘਟਨਾ ਘਟ ਜਾਂਦੀ ਹੈ। ਕੋਈ ਡਰਾਈਵਰ ਡਰਾਈਵਰੀ ਕਰਦਾ ਹੈ, ਧਿਆਨ ਇੱਧਰ ਹੋਇਆ ਤਾਂ ਸਾਥ ਦੁਰਘਟਨਾ ਘਟ ਜਾਇਆ ਕਰਦੀ ਹੈ। ਘਰ ਦੇ ਕੰਮ ਦੇ ਵਿੱਚ ਕੋਈ ਸਬਜ਼ੀ ਵਗੈਰਾ ਕੱਟਦੇ ਹਾਂ, ਕੋਈ ਤੁੜਕਾ ਵਗੈਰਾ ਲਾਉਂਦੇ ਹਾਂ, ਧਿਆਨ ਇੱਧਰ ਉੱਧਰ ਹੋਇਆ ਕਿਸੇ ਪਾਸੇ ਤਾਂ ਸਾਥ ਆਪਾਂ ਜਾਣਦੇ ਹਾਂ ਕੀ ਵਾਪਰ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਜੇ ਦੁਨਿਆਵੀ ਕੰਮਾਂ ਲਈ ਧਿਆਨ ਰੱਖਣ ਦੀ ਲੋੜ ਹੈ ਅਤਿਅੰਤ, ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸਾਡਾ ਧਿਆਨ ਗੁਰਬਾਣੀ ਦੇ ਵਿੱਚ, ਕਥਾ ਦੇ ਵਿੱਚ, ਕੀਰਤਨ ਦੇ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸੱਜਣ ਐਸੇ ਹੁੰਦੇ ਨੇ ਜਦੋਂ ਮਿਲਦੇ ਨੇ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਲੱਗਾ, ਜਾਂਦੇ ਤਾਂ ਹਾਂ ਸਮਝ ਨਹੀਂ ਪੈਂਦੀ। ਸਮਝ ਕਿਉਂ ਨਹੀਂ ਪੈਂਦੀ, ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਸਾਧ ਸੰਗਤ ਧਿਆਨ ਕਿਤੇ ਹੋਰ ਹੁੰਦਾ ਹੈ, ਸਰੀਰ ਤਾਂ ਇੱਥੇ ਬੈਠਾ ਹੋਇਆ ਹੁੰਦਾ ਹੈ। ਸਰੀਰ ਬੈਠਾ ਹੈ, ਧਿਆਨ ਨਹੀਂ ਬੈਠਾ। ਜਿਹੜਾ ਮਨ ਹੈ ਇਹ ਸਾਧ ਸੰਗਤ ਇੱਥੇ ਬੈਠਾ ਵੀ ਅਮਰੀਕਾ ਦੀਆਂ ਉਡਾਰੀਆਂ ਮਾਰ ਕੇ ਆ ਜਾਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਸੁਧ ਨਹੀਂ ਰਹਿੰਦੀ, ਸੁਰਤ ਨਹੀਂ ਰਹਿੰਦੀ। ਇਸ ਲਈ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦਾ ਸਿਮਰਨ ਕਰਨਾ, ਪਰਮੇਸ਼ਰ ਦੀ ਯਾਦ ਵਿੱਚ ਬੈਠਣਾ, ਆਹ ਜਿਹੜੀ ਮਰਿਆਦਾ ਹੈ ਇਹਨੂੰ ਫੋਲੋ ਕਰ ਲਈ, ਇਹਨੂੰ ਅਪਣਾ ਲਈ, ਤੇਰਾ ਭਲਾ ਹੋ ਜਾਵੇਗਾ। ਸਾਧ ਸੰਗਤ ਕਿਹੜੀ? ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਜਿਤ ਨੂੰ ਇਕਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ, ਜਿਤ ਨੂੰ ਇਕਾਗਰ ਕਰਕੇ Jat Saru
सागर करते प्यारे सागर करते प्यारे सागर करते प्यारे सागर करते ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਤਾ ਦੇ ਨਾਲ ਕੀਤਾ ਹੋਇਆ ਸਤਸੰਗਤ ਇਕਾਗਰਤਾ ਦੇ ਨਾਲ ਕੀਤੀ ਹੋਈ ਸਤਸੰਗਤ ਸਾਧ ਸੰਗਤ ਬਹੁਤ ਲਾਭ ਦਿਆ ਕਰਦੀ ਹੈ। ਜੇ ਧਿਆਨ ਨਾ ਹੋਵੇ ਚਾਹੇ ਸਾਧ ਸੰਗਤ 100 ਸਾਲ ਗੁਰੂ ਘਰ ਆਈ ਜਾ 70 ਸਾਲ ਆਈ ਜਾ ਜਿਤਨੀ ਉਮਰ ਤੈਨੂੰ ਬਖਸ਼ੀ ਪਰਮੇਸ਼ਰ ਨੇ ਆਈ ਜਾ ਜੇ ਤੇਰਾ ਧਿਆਨ ਹੀ ਨਹੀਂ ਕੁਝ ਪੱਲੇ ਵਿੱਚ ਨਹੀਂ ਪਿਆ ਫਿਰ ਤੇਰੇ ਆਉਣ ਦਾ ਲਾਭ ਨਹੀਂ ਹੋਵੇਗਾ। ਇੱਥੇ ਕਿਉਂ ਆਉਂਦੇ ਹਾਂ ਇੱਥੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਸਾਡੀ ਕੁਝ ਝੋਲੀ ਵਿੱਚ ਪੈ ਜਾਵੇ ਸਾਡੇ ਜੀਵਨ ਦੇ ਵਿੱਚ ਕੋਈ ਚੇਂਜ ਆ ਜਾਵੇ ਇਸ ਲਈ ਗੁਰੂ ਦੀ ਸ਼ਰਨ ਵਿੱਚ ਆਇਆ ਕਰਦੇ ਹਾਂ। ਆਇਆ ਸੀ ਕਿਸੇ ਸਮੇਂ ਇਹ ਗੜ੍ਹਸ਼ੰਕਰ ਦੇ ਰਹਿਣ ਵਾਲਾ ਭਾਈ ਤਿਲਕੂ ਕਰਕੇ ਇਤਿਹਾਸ ਵਿੱਚ ਉਹਦਾ ਨਾਮ ਆਉਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਅਸੀਂ ਤੁਸੀਂ ਸਾਰੇ ਆਏ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਸਰੂਪ ਹੈ ਗੁਰੂ ਦੀ ਸ਼ਰਨ ਵਿੱਚ ਆਏ ਹਾਂ ਭਾਵਨਾ ਬਣ ਜਾਵੇ ਸਾਡੀ। ਇਹ ਆਇਆ ਮਹਾਰਾਜ ਦਾ ਜਸ ਮਹਾਰਾਜ ਦੀ ਵਡਿਆਈ ਸੁਣ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਸੰਗਤ ਲਾਹਾ ਪ੍ਰਾਪਤ ਕਰ ਰਹੀ ਹੈ ਕੋਈ ਦਰਸ਼ਨ ਕਰਕੇ ਕੋਈ ਸੇਵਾ ਕਰਕੇ ਮਹਾਰਾਜ ਸੇਵਾ ਕਰਵਾ ਰਹੇ ਨੇ ਹਰਿਮੰਦਰ ਸਾਹਿਬ ਦੀ ਸਾਧ ਸੰਗਤ ਹੋਰ ਵੀ ਉਸਾਰੀਆਂ ਹੋ ਰਹੀਆਂ ਨੇ ਕਾਰੋਬਾਰ ਚੱਲ ਰਹੇ ਨੇ ਗੁਰੂ ਮਹਾਰਾਜ ਆਪ ਨਾਲ ਹੋ ਕੇ ਦੱਸ ਕੇ ਸੇਵਾ ਕਰਵਾ ਰਹੇ ਨੇ। ਜਦੋਂ ਇਹਨੇ ਆ ਕੇ ਦੇਖਿਆ ਸਾਧ ਸੰਗਤ ਗੁਰੂ ਘਰ ਦੀ ਜੋ ਮਰਿਆਦਾ ਹੈ ਇੱਥੇ ਸੰਗਤਾਂ ਹੱਥੀਂ ਸੇਵਾ ਕਰਦੀਆਂ ਨੇ ਆਪਾਂ ਦੇਖਦੇ ਹਾਂ ਬਹੁਤ ਗੁਰੂ ਘਰਾਂ ਵਿੱਚ ਤਾਂ ਠੀਕ ਹੈ ਪਰ ਸਾਧ ਸੰਗਤ ਬਹੁਤਿਆਂ ਵਿੱਚ ਤਾਂ ਹੱਥੀਂ ਸੇਵਾ ਕਰਨ ਦਾ ਰਿਵਾਜ ਚਲਾ ਗਿਆ ਹੈ। ਮਾਡਰਨ ਜ਼ਮਾਨਾ ਹੋ ਗਿਆ ਹਰ ਕੋਈ ਚਾਹੁੰਦਾ ਸਾਨੂੰ ਛੇਤੀ ਛੇਤੀ ਸਭ ਕੁਝ ਮਿਲ ਜਾਵੇ ਸੁੱਖ ਮਿਲ ਜਾਵੇ ਕੁਝ ਕਰਨਾ ਨਾ ਪਵੇ। ਅੱਗੇ ਹੱਥੀਂ ਸੇਵਾ ਕਰਦੇ ਸੀ ਜਿੰਨੀ ਵੱਧ ਸੇਵਾ ਕਰਦੇ ਸੀ ਸਾਡਾ ਮਨ ਵੀ ਸ਼ਾਂਤ ਰਹਿੰਦਾ ਸੀ ਘਰਾਂ ਦੇ ਵਿੱਚ ਬਰਕਤਾਂ ਸੀ। ਸਾਧ ਸੰਗਤ ਅੱਜ ਅਸੀਂ ਉਹ ਸਾਰਾ ਕੁਝ ਸਾਇੰਸ ਨੇ ਲੈ ਲਿਆ ਪੱਕੇ ਆ ਗਏ ਹੋਰ ਕੁਝ ਸਾਡੀਆਂ ਸਹੂਲਤਾਂ ਆ ਗਈਆਂ ਸਾਡੀ ਹੱਥੀਂ ਸੇਵਾ ਜਾਂਦੀ ਲੱਗੀ ਤਾਂ ਹੁਣ ਸਾਧ ਸੰਗਤ ਅਸੀਂ ਹੋਰ ਹੀ ਰੌਲ ਘਚੋਲਿਆਂ ਦੇ ਵਿੱਚ ਪਏ ਰਹਿੰਦੇ ਹਾਂ। ਸੇਵਾ ਕਰਨ ਦਾ ਬੜਾ ਵੱਡਾ ਮਹਾਤਮ ਹੈ ਮਹਾਰਾਜ ਦੇ ਘਰ ਦੇ ਵਿੱਚ ਸਾਧ ਸੰਗਤ ਹੁਣ ਆ ਕੇ ਦੇਖਦਾ ਹੈ। ਇਹਨੇ ਜਦੋਂ ਦੇਖਿਆ ਸਾਧ ਸੰਗਤ ਇਹਦਾ ਮਨ ਬੜਾ ਪ੍ਰਸੰਨ ਹੋਇਆ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਜਿਹੋ ਜਿਹਾ ਸੁਣਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਉਹ ਜਿਹਾ ਆ ਕੇ ਦੇਖਿਆ। ਹੁਣ ਸਮਾਂ ਮਹਾਰਾਜ ਦਾ ਬੈਠਣ ਦਾ ਹੋਇਆ ਸਾਧ ਸੰਗਤ ਗੁਰੂ ਦੀ ਬਾਣੀ ਕਥਾ ਕਰਨ ਦਾ ਸਮਾਂ ਹੋਇਆ ਇਹਨੇ ਬੈਠ ਕੇ ਕਥਾ ਸਰਵਣ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ। ਜਦੋਂ ਸਮਾਂ ਮਿਲਿਆ ਉੱਠ ਕੇ ਗਰੀਬ ਨਵਾਜ ਦੇ ਚਰਨਾਂ ਦੇ ਵਿੱਚ ਜਾਂਦਾ ਨਮਸਕਾਰ ਕਰਦਾ ਹੈ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਹੈ। ਮਹਾਰਾਜ ਨੇ ਪੁੱਛਿਆ ਕਹਿੰਦਾ ਮਹਾਰਾਜ ਇੱਕ ਬੇਨਤੀ ਹੈ। ਮਹਾਰਾਜ ਨੇ ਪੁੱਛਿਆ ਕਿੱਥੋਂ ਆਇਆ ਕਹਿੰਦਾ ਮਹਾਰਾਜ ਮੈਂ ਗੜ੍ਹਸ਼ੰਕਰ ਤੋਂ ਆਇਆ ਆਪ ਜੀ ਦਾ ਜਸ ਸੁਣ ਕੇ। ਤੇ ਮਹਾਰਾਜ ਕਹਿੰਦੇ ਕੀ ਹੁਕਮ ਹੈ ਕੀ ਬੇਨਤੀ ਹੈ। ਇਹਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਕਹਿਣ ਲੱਗਾ ਮੈਨੂੰ ਮਿਲ ਜਾਵੇ ਨਾਮ ਆਧਾਰਾ ਗੁਰਾਂ ਪਾਸ ਇਹੋ ਬੇਨਤੀ ਮਿਲ ਜਾਵੇ ਨਾਮ ਆਧਾਰਾ ਗੁਰਾਂ ਪਾਸ ਇਹੋ
सतगुर पास बिनतियां मिले नाम आधारा तुठा सच्चा पातशाह ताक गया संसारा। इਉਂ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਭਾਈ ਤਿਲਕੂ ਸ਼ੁਭ ਵਿਚਾਰ ਨੇ ਤੇਰੇ ਭਾਈ, ਚੰਗੀ ਸੋਚ ਰੱਖਦਾ ਤੂੰ ਪਰਮੇਸ਼ਰ ਦੇ ਨਾਮ ਦੀ ਮੰਗ ਕੀਤੀ ਹੈ। ਸੰਸਾਰ ਆਉਂਦਾ ਹੈ, ਸੰਸਾਰ ਦੀਆਂ ਵਸਤੂਆਂ ਮੰਗਦਾ ਹੈ, तेरी सोच चंगी है, तू परमेश्वर के नाम की मंग रखी है, कोई दुनियावी मंग नहीं रखी। तिलकू जिहदे कोल नाम आ जाता है उन्होंने दुनियावी मंगां की लोड़ नहीं रहिंदी। वो सारियां वस्तुआं साध संगत महाराज कहते जिथे नाम है उथे सारियां वस्तुआं अपने आप आ जाया करदियां ने, उथे मंगण मंगाउण की लोड़ नहीं पिया करदी। लोड़ है भावना की। शुभ विचार ने चंगा है, पर एक गल याद रख, ये नाम एडा सौखा नहीं है। गुरु नानक के घर दे विचों नाम प्राप्त करना तो इत्थे गुरु की मत नूं अपनाउणा पैना है। आपां रोज़ पढ़दे हां ना, गुर की मत नूं ले आने भगत बनावो डूबे सियाने। गुरु की मत तो बगैर बंदा डुबदा ही डुबदा है। जिड्डा मर्जी कोई ज्ञानी बनी जाए, जिड्डा मर्जी कोई विद्वान बनी जाए, जे वो आप दी मत वरतदा है एक दिन ऐसा आ जाएगा साध संगत वो डुब जाएगा, उसका पार उतारा नहीं होगा। जे गुरु की मत दे नाल चलदा है, गुरु के हुक्म दे विच चलदा है, उसकी तरक्की होगी, उसका पार उतारा हो जाएगा। तिलकू गुरु घर दे विचों नाम की दात तां तूं मंग ली है, पर इत्थे बड़ा औखा ये मार्ग है गुरु नानक दे घर दा। कहदा महाराज औखा, सिख सेवक सेवा करते हैं, आप जी उपदेश बख्शदे हो, मैं देख रहा हाँ, बड़ा आनंद है, मैनूं तां बड़ा चंगा लगा। औखा किवें है? महाराज कहते सुन ला किवें औखा है। ये गुरु नानक दे घर दे विच जदों दाखला लैना तिलकू, इत्थे मन दी मत नूं त्याग के गुरमत नूं धारण करना पैना। इत्थे जे सिर देता ना एक बार, महाराज कहते इत मार्ग पैर धरीजै, सिर दीजै कान ना दीजै। तिलकू औखा बड़ा है, तैनूं एक दा बनना पैना, एक दा एक अकाल पुरख दा बनना पैना। गुरु नानक दे घर दे विच मर्यादा है। इत्थे जदों आ गया
फिर होर किसी पासे तेरा सिर नहीं झुकना चाहिए। ये ना होवे कि तू इत्थे गुरु घर भी आ गया, नाम की दात भी मंग लई, घर चला गया, जिमें किमें दा पहला सी उमें किमें दा जीवन तेरा फिर ज बीती जावे। कहते देख भाई लहणा जी आए गुरु नानक सच्चे पातशाह निरंकार के चरणों के देवी दे उपासक सी, हर साल संग लैके जाते सी, पर जदों गुरु नानक सच्चे पातशाह की संगत मिल गई वो संग किधरे गया, वो देवी की यात्रा किधरे गई। एक दा बन गया गुरु नानक सच्चे पातशाह के घर का जदों नाम ले लिया, गुरु नानक का मुरीद बन गया, अकाल पुरख का उपासक बन गया, फिर देवी की पूजा नहीं की। साध संगत कहता महाराज कहन लगे देख बाबा अमरदास जी भी 21 दफा गंगा की यात्रा से जाया करते सी, पर जदों गुरु अंगद देव जी महाराज की शरण में आ गए, फिर साध संगत सच्चे गुरु का मिलाप हो गया, नाम की तरह मतलब बख्शिश हो गई, फिर कभी गंगा ते स्नान कर नहीं गए, लोड़ नहीं पई साध संगत तीर्थां की। जे किते गए भी तो लोगों को उपदेश देने की खातर गए सी, परमेश्वर के नाम के नाल जोड़न लई गए सी, वो अपनी मौज दे लई नहीं गए सी। कहते देख ला इत्थे वो पहला सब कुछ छड्डना पैना, मन बेचै सतगुर के पास, तिस सेवक के कारज रास। पढ़ते तो पर रोज ही साध संगत, पर मेरा मन ये पता नहीं कितने कितने बिकया फिरता है। साध संगत हले गुरु नूं असीं अर्पण नहीं कीता है। महाराज कहते तिलकू देख ला इत्थे जदों आ गया एक अकाल दा उपासक होना पैना, मड़ियां मछाना कबरां दी जे तू पूजा करदा है भाई, जे किसी होर देवी देवते पीर नूं मनदा है, ये सब कुछ छड्ड के एक अकाल पुरख वाहिगुरु रहरा साहब दे विच पढ़दे ना आपां, काल पुरख की देह कोटक बिशन महेश। कहते जिहड़ा परमेश्वर आ दशमेश पिता कहते ओहदी देह दे विच हज़ारां करोड़ां देवी देवते आ जाते हैं। साध संगत फिर किहनूं मनना? उस अकाल पुरख नूं जिहदे हुक्म दे विच देवी देवते साध संगत कार कमा रहे ने। इसलिए महाराज कहते देख ला ओ मरना कबूल ले जीवन दिया जग दे आसा, मरना कबूल है जीवन जग दे आसा। मन देखते कुरान से अपना अपना पूरबी भूरजी, मन देखते कुरान अपना अपना पूरबी भूरजी।
ਕਹਿੰਦੇ ਹੋਰ ਕਿਸੇ ਦੀ ਫਿਰ ਝਾਕ ਨਹੀਂ ਰੱਖਣੀ, ਕੇਵਲ ਅਕਾਲ ਪੁਰਖ ਦਾ ਉਪਾਸਕ ਬਣਨਾ ਪੈਣਾ ਹੈ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਔਖਾ ਬੜਾ ਹੈ, ਸੰਸਾਰ ਨੂੰ ਤਿਆਗਣਾ, ਸਮਾਜ ਨੂੰ ਤਿਆਗਣਾ, ਉਸ ਮਨਮਤ ਨੂੰ ਤਿਆਗਣਾ ਜਿਹੜੀ ਸਦੀਆਂ ਤੋਂ ਚੱਲੀ ਆਉਂਦੀ ਹੈ। ਉਹ ਜਿਹੜਾ ਜੁੱਲੜ ਲਾਉਣਾ ਸਾਧ ਸੰਗਤ, ਉਹ ਬੜਾ ਔਖਾ ਹੋਇਆ ਕਰਦਾ ਹੈ। ਬੰਦਾ ਕਹਿੰਦਾ ਜੇ ਮੈਂ ਉੱਥੇ ਨਾ ਗਿਆ ਤਾਂ ਲੋਕੀ ਕੀ ਕਹਿਣਗੇ, ਮੇਰਾ ਭਾਈਚਾਰਾ ਕੀ ਕਹਿਣਗਾ, ਮੇਰੇ ਸ਼ਰੀਕੇ ਵਾਲੇ ਕੀ ਕਹਿਣਗੇ ਵੀ ਤੂੰ ਜਾਂਦਾ ਨਹੀਂ ਕਿਤੇ ਵੀ। ਸਾਧ ਸੰਗਤ ਕਹਿੰਦੇ ਦੇਖ ਲਾ, ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਣਾ। ਇੱਥੇ ਤਾਂ ਪਹਿਲਾਂ ਮਰਨਾ ਕਬੂਲਣਾ ਪੈਂਦਾ ਹੈ, ਫਿਰ ਜਾ ਕੇ ਗੁਰੂ ਨਾਨਕ ਦੇ ਘਰ ਤੇ ਸਾਧ ਸੰਗਤ ਕਬੂਲ ਹੋਇਆ ਕਰਦਾ ਹੈ। ਹੁਣ ਇਹ ਭਾਈ ਤਿਲਕੂ ਸਾਡੇ ਵਰਗਾ ਨਹੀਂ ਸੀ, ਇਹ ਘਰੋਂ ਮਨ ਬਣਾ ਕੇ ਪੱਕਾ ਆਇਆ ਹੋਇਆ ਸੀ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਚਰਨ ਛੰਦ ਵਿੱਚੋਂ ਨਾਮਦਾਨ ਦੀ ਦਾਤ ਲੈ ਕੇ ਮੈਂ ਆਉਣਾ ਹੈ। ਕਹਿਣ ਲੱਗਾ ਮਹਾਰਾਜ ਆਪਣੇ ਦਰ ਦਾ ਬਣਾ ਲਓ, ਆਪਣਾ ਬਣਾ ਲਓ, ਰੱਖੋ ਭਾਵੇਂ ਮਾਰ ਲਿਓ ਮਹਾਰਾਜ, ਪਰ ਆਪਣਾ ਬਣਾ ਲਓ। ਇਹਦੀ ਦ੍ਰਿੜ ਭਾਵਨਾ ਦੇਖ ਕੇ ਮਹਾਰਾਜ ਨੇ ਇਹਨੂੰ ਫਿਰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਸੀ, ਖੁਸ਼ੀਆਂ ਬਖਸ਼ੀਆਂ ਮਹਾਰਾਜ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਕਸੌਟੀਆਂ ਰੋਜ਼ ਲੱਗਦੀਆਂ ਨੇ ਸਾਡੇ ਤੇ, ਪ੍ਰੀਖਿਆ ਰੋਜ਼ ਹੁੰਦੀ ਹੈ, ਪਰ ਅਸੀਂ ਫੇਲ ਹੋ ਜਾਂਦੇ ਹਾਂ। ਸਾਧ ਸੰਗਤ ਗੁਰੂ ਦੱਸ ਕੇ ਨਹੀਂ ਪ੍ਰੀਖਿਆ ਲਿਆ ਕਰਦਾ, ਪਰਚਾ ਪਿਆ ਹੀ ਹੁੰਦਾ। ਉੱਠਦੇ ਸਾਰ ਕੋਈ ਨਾ ਕੋਈ ਪਰਚਾ ਪਿਆ ਹੁੰਦਾ ਹੈ। ਵਿਰਲੇ ਹੁੰਦੇ ਨੇ ਜਿਹੜੇ ਪਾਸ ਹੋ ਜਾਂਦੇ ਨੇ, ਪਰ ਸਾਡੇ ਵਰਗੇ ਬਹੁਤਾਤ ਦਾਸ ਵਰਗੇ ਉਹ ਫੇਲ ਹੀ ਹੋ ਜਾਇਆ ਕਰਦੇ ਨੇ। ਖੈਰ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਇਹਦਾ ਇਰਾਦਾ ਬੜਾ ਦ੍ਰਿੜ ਸੀ। ਮਹਾਰਾਜ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਜਿਵੇਂ ਮਹਾਰਾਜ ਨੇ ਸਮਝਾਇਆ, ਘਰ ਜਾ ਕੇ ਇਹ ਨਾਮ ਦਾ ਅਭਿਆਸ ਕਰਨਾ, ਜੋ ਵੀ ਆਪਣੀ ਕਿਰਤ ਬਿਰਤ ਹੈ ਉਹ ਕਿਰਤ ਬਿਰਤ ਨੂੰ ਬੜੇ ਧਿਆਨ ਦੇ ਨਾਲ ਕਰਨਾ। ਦੇਖੀ ਕਿਸੇ ਦਾ ਦਿਲ ਨਾ ਦੁਖਾਈ, ਕੋਈ ਬਾਤ ਘਾਟ ਨਾ ਹੋ ਜਾਵੇ, ਪਰ ਨਾਮ ਦੇ ਵਿੱਚ ਵਿਸ਼ਵਾਸ ਬਣਾ ਕੇ ਰੱਖੀ। ਸਾਧ ਸੰਗਤ ਉਵੇਂ ਕਿਵੇਂ ਜਿਵੇਂ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਸਾਨੂੰ ਬਖਸ਼ਦੇ ਨੇ ਪੰਜ ਪਿਆਰੇ ਸਾਹਿਬਾਨ, ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ ਸਾਨੂੰ ਉੱਥੇ ਉਪਦੇਸ਼ ਬਖਸ਼ੇ ਜਾਂਦੇ ਨੇ। ਸਾਧ ਸੰਗਤ ਜਿਹੜਾ ਉਹਨਾਂ ਉਪਦੇਸ਼ਾਂ ਨੂੰ ਕਮਾ ਲਿਆ ਕਰਦਾ ਹੈ ਉਹ ਗੁਰੂ ਦੀਆਂ ਖੁਸ਼ੀਆਂ ਲੈ ਜਾਇਆ ਕਰਦਾ ਹੈ। ਜਿਹੜਾ ਫਿਰ ਆਪਣੀ ਕਰਦਾ ਹੈ ਆ ਕੇ ਆ ਨਹੀਂ ਠੀਕ, ਐਸਾ ਹੋਣਾ ਚਾਹੀਦਾ ਸੀ। ਇੱਕ ਕੋਈ ਸੱਜਣ ਮਿਲਿਆ, ਚਿਰ ਦੀ ਗੱਲ ਹੈ, ਉਹ ਦਰਬਾਰ ਸਾਹਿਬ ਕਿਤੇ ਗਿਆ ਦਰਸ਼ਨ ਕਰਨ, ਉਹ ਕਹਿਣ ਲੱਗਾ ਉੱਥੇ ਐ ਹੋਣਾ ਚਾਹੀਦਾ ਸੀ, ਉੱਥੇ ਆਹ ਚੀਜ਼ ਹੈ ਨਹੀਂ, ਉੱਥੇ ਅੰਦਰ ਆਹ ਹੈ ਨਹੀਂ, ਥੋੜ੍ਹਾ ਜਿਹਾ ਹੋਰ ਵੱਡਾ ਬਣਾ ਦਿੰਦੇ ਦਰਬਾਰ ਸਾਹਿਬ। ਮੈਂ ਕਿਹਾ ਭਾਈ ਦੇਖ, ਤੇ ਇਹ ਤੇਰੀ ਸੋਚ ਨਾਲ ਥੋੜ੍ਹਾ ਬਣਿਆ, ਇਹਦਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਪਰਮੇਸ਼ਰ ਨੇ ਸਾਧ ਸੰਗਤ ਮਹਾਰਾਜ ਕੋਲ ਬਣਵਾਇਆ ਉਵੇਂ ਦਾ ਬਣ ਗਿਆ। ਅਸੀਂ ਤਾਂ ਜਾ ਕੇ ਉੱਥੇ ਜਗ੍ਹਾ ਭਾਲਦੇ ਰਹੇ ਨੇ, ਸਾਨੂੰ ਕੋਈ ਖੁੱਲੀ ਜਗ੍ਹਾ ਮਿਲ ਜਾਵੇ। ਪਰਮੇਸ਼ਰ ਨੂੰ ਜਿਵੇਂ ਭਾਇਆ ਉਹਨੇ ਉਵੇਂ ਦਾ ਬਣਾ ਦਿੱਤਾ, ਨੂੰ ਹਰੀ ਦਾ ਮੰਦਰ ਕਹਿੰਦੇ ਨੇ। ਸਾਧ ਸੰਗਤ ਖੈਰ ਅਸੀਂ ਆਪਣੀ ਮਤ ਨੂੰ ਅੱਗੇ ਲੈ ਕੇ ਆਉਂਦੇ ਹਾਂ। ਇਹ ਜਦੋਂ ਘਰ ਆਇਆ ਆਪਣੇ ਨਗਰ ਗੜ੍ਹ ਸ਼ੰਕਰ ਆ ਜਾਂਦਾ, ਗੁਰੂ ਦੇ ਦੱਸੇ ਅਨੁਸਾਰ ਇਹ ਨਾਮ ਦੀ ਕਮਾਈ ਕਰਨ ਲੱਗ ਪੈਂਦਾ। ਕਮਾਈਆਂ ਅਸੀਂ ਸੰਸਾਰ ਦੇ ਵਿੱਚ ਹੋਰ ਬਹੁਤ ਕਰਦੇ ਹਾਂ ਸਾਧ ਸੰਗਤ, ਧਨ ਦੌਲਤ ਦੀ ਕਮਾਈ ਮਗਰ ਸਭ ਦੀ ਦੌੜ ਲੱਗੀ ਹੋਈ ਹੈ, ਪਰ ਸਾਧ ਸੰਗਤ ਇਹ ਕਿਤੇ ਵੀ ਸਾਥ ਨਹੀਂ ਦਿਆ ਕਰਦਾ। ਲੋੜ ਹੈ, ਲੋੜ ਅਨੁਸਾਰ ਨੂੰ ਵਰਤ ਲਿਆ ਜਾਂਦਾ ਹੈ, ਪਰ ਇੱਕ ਕੋਈ ਸਮਾਂ ਐਸਾ ਵੀ ਆਉਂਦਾ ਜਿੱਥੇ ਧਨ ਦੌਲਤ ਵੀ ਉਹ ਵੀ ਕੋਈ ਕੰਮ ਨਹੀਂ ਆਇਆ ਕਰਦੀ। ਨਾਮ ਦਾ ਧਨ ਜਿਹੜਾ ਜਿਨ੍ਹਾਂ ਨੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਉਹ ਜਿਹੜਾ ਪਰਮੇਸ਼ਰ ਦੇ ਨਾਮ ਦਾ ਧਨ ਦੌਲਤ ਹੈ, ਜਿੱਥੇ ਇਹ ਦੌਲਤ ਨਹੀਂ ਕੰਮ ਕਰਦੀ ਸਾਧ ਉੱਥੇ ਫਿਰ ਪਰਮੇਸ਼ਰ ਦਾ ਨਾਮ ਕੰਮ ਕਰ ਦਿਆ ਕਰਦਾ ਹੈ। ਇਹ ਹੁਣ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਜਿਵੇਂ ਆਪਣੀ ਕਿਰਤ ਕਰਦਾ ਸੀ, ਕਿਰਤ ਵੀ ਕਰੀ ਜਾਂਦਾ ਹੈ, ਪਰਮੇਸ਼ਰ ਦਾ ਨਾਮ ਵੀ ਜਪੀ ਜਾਂਦਾ ਹੈ, ਲੋਕਾਈ ਦਾ ਭਲਾ ਵੀ ਕਰੀ ਜਾਂਦਾ ਹੈ, ਪਰ ਬਹੁਤਾ ਸਮਾਂ ਫਿਰ ਇਕਾਂਤ ਵਿੱਚ ਬਤੀਤ ਕਰਿਆ ਕਰਦਾ ਹੈ। ਐਸੀ ਇਹਦੀ ਅਵਸਥਾ ਬਣ ਜਾਂਦੀ ਹੈ, ਹੌਲੀ ਹੌਲੀ ਬਣਦੀ ਹੁੰਦੀ ਅਵਸਥਾ। ਸਾਧ ਸੰਗਤ ਇਸੇ ਗੜ੍ਹ ਸ਼ੰਕਰ ਦੇ ਵਿੱਚ ਇੱਕ ਕੋਈ ਕੰਨ ਪਾਟਾ ਜੋਗੀ ਰਹਿੰਦਾ ਹੈ। ਸਾਧ ਸੰਗਤ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਚਲੀਹੇ ਕੱਟ ਕੇ ਸਾਧ ਸੰਗਤ ਇਹ ਗੁਪਤ ਸ਼ਕਤੀਆਂ ਆਪਣੇ ਅਧੀਨ ਕੀਤੀਆਂ ਹੁੰਦੀਆਂ ਨੇ ਇਹਨਾਂ ਲੋਕਾਂ ਨੇ। ਉਹ ਫਿਰ ਲੋਕਾਂ ਨੂੰ ਮਗਰ ਲਾਉਂਦੇ ਨੇ। ਸਾਧ ਸੰਗਤ ਕੋਈ ਨਾ ਕੋਈ ਕਰਤੱਵ ਦਿਖਾ ਦੇਣਾ, ਕੋਈ ਨਾ ਕੋਈ ਐਸਾ ਕੰਮ ਕਰਦੇ ਨਾ, ਲੋਕ ਕਹਿੰਦੇ ਵਾਹ ਵਾਹ ਵੀ ਕਿ ਕਿਤਨਾ ਇਹ ਸ਼ਕਤੀਸ਼ਾਲੀ ਹੈ। ਉਹ ਮੁਰੀਦ ਬਣ ਜਾਂਦੇ ਨੇ। ਲੋਕਾਂ ਦਾ ਕੀ ਹੈ, ਸਾਧ ਸੰਗਤ ਕਰਨਾ ਕੁਝ ਨਾ ਪਵੇ, ਮਿਲੇ ਸਭ ਕੁਝ ਜਾਵੇ। ਹੁਣ ਇਹ ਜੋਗੀ ਚਲੀਹੇ ਕੱਟਦਾ ਹੈ, ਇਹਨੇ ਕਹਿੰਦੇ ਅੱਜ ਐਸਾ ਕੋਈ ਚਲੀਹਾ ਕੱਟਿਆ, ਇਹਨੇ ਬਾਹਰ ਆਉਣਾ ਸੀ ਔਰ ਆ ਕੇ ਇਹ ਬਚਨ ਕਰ ਦਿੱਤਾ, ਇਹ ਕਹਿ ਦਿੱਤਾ ਆਪਦੇ ਚੇਲਿਆਂ ਨੂੰ ਕਿ ਜਾਓ ਲੋਕਾਂ ਨੂੰ ਜਾ ਕੇ ਦੱਸੋ ਗੜ੍ਹ ਸ਼ੰਕਰ ਦਿਆਂ ਨੂੰ, ਹੋਰ ਨੇੜੇ ਤੇੜੇ ਦੇ ਨਗਰਾਂ ਨੂੰ, ਕਿ ਜਿਹੜਾ ਸਾਡੇ ਜੋਗੀ ਰਾਜ ਦੇ ਦਰਸ਼ਨ ਕਰੇਗਾ ਸਾਧ ਸੰਗਤ ਉਹਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇਗੀ। 1 ਮਹੀਨਾ ਸਵਰਗ ਦੀ ਪ੍ਰਾਪਤੀ ਹੋਵੇਗੀ, ਸਵਰਗ ਦੇ ਆਨੰਦ ਉਹਨੂੰ ਮਿਲ ਜਾਣਗੇ। ਸਾਧ ਸੰਗਤ ਹੁਣ ਇਹੋ ਜਿਹਿਆਂ ਦੇ
ਗਾਂ ਚੇਲੇ ਚਾਂਪਟੇ ਵੀ ਰੱਖੇ ਹੁੰਦੇ ਨੇ, ਦਾਸ ਤਾਂ ਏਜੰਟ ਕਹਿ ਦਿਆ ਕਰਦਾ ਹੈ, ਏਜੰਟ ਰੱਖੇ ਹੁੰਦੇ ਨੇ ਵੀ ਜਾਓ ਜਾ ਕੇ ਲੋਕਾਂ ਨੂੰ ਭਰਮਾਓ। ਆਪਾਂ ਦੇਖਦੇ ਨਾ ਨਗਰਾਂ ਨਗਰਾਂ ਵਿੱਚ ਆਉਂਦੇ ਨੇ, ਕੋਈ ਕਹਿੰਦਾ ਧਰਮ ਤਬਦੀਲ ਕਰ ਲਓ, ਸਾਡੇ ਧਰਮ ਦੇ ਵਿੱਚ ਬੜਾ ਕੁਝ ਮਿਲਦਾ, ਕੋਈ ਕਹਿੰਦਾ ਇੱਧਰ ਆ ਜਾਓ ਤੁਹਾਨੂੰ ਬਹਿਸ਼ਤਾਂ ਦੇ ਵਿੱਚ ਹੂਰਾਂ ਮਿਲਣਗੀਆਂ। ਲਾਲਚ ਦਿੱਤੇ ਜਾਂਦੇ ਨੇ। ਜਿਹੜਾ ਥੋੜਾ ਮਨ ਦਾ ਮਾਲਕ ਹੋਇਆ ਕਰਦਾ, ਥੋੜੀ ਬੁੱਧ ਦਾ ਮਾਲਕ ਹੋਇਆ ਕਰਦਾ, ਉਹ ਥਿੜਕ ਜਾਇਆ ਕਰਦਾ ਹੈ। ਜਾਂ ਜਿਹਦਾ ਭਰੋਸਾ ਨਹੀਂ ਹੁੰਦਾ ਗੁਰੂ ਤੇ ਸਾਧ ਸੰਗਤ, ਕੇਵਲ ਦੁਨਿਆਵੀ ਪਦਾਰਥਾਂ ਦੇ ਮਗਰ ਲੱਗਾ ਹੁੰਦਾ ਹੈ, ਉਹ ਥਿੜਕ ਜਾਇਆ ਕਰਦਾ ਹੈ, ਉਹ ਗੁਰੂ ਦੀ ਖੇਡ ਨੂੰ ਨਹੀਂ ਜਾਣਿਆ ਕਰਦਾ। ਥੋੜੇ ਜਿਹੇ ਸੁੱਖ ਬਦਲੇ ਗੁਰੂ ਨੂੰ ਤਿਆਗ ਦਿੱਤਾ ਜਾਂਦਾ ਹੈ। ਉਹ ਏਜੰਟ ਨਗਰਾਂ ਨਗਰਾਂ ਵਿੱਚ ਫਿਰਦੇ ਨੇ, ਆਓ ਭਾਈ ਸਾਡੇ ਜੋਗੀ ਰਾਜ ਦੇ ਗੁਰੂਦੇਵ ਦੇ ਦਰਸ਼ਨ ਕਰੋ। ਉਹ ਕਹਿੰਦੇ ਨੇ ਜਿਹੜਾ ਮੇਰਾ ਦਰਸ਼ਨ ਕਰੂਗਾ ਉਹਨੂੰ 1 ਮਹੀਨਾ ਸਵਰਗ ਦਾ ਰਾਜ ਦਿੱਤਾ ਜਾਵੇਗਾ, ਸਵਰਗ ਦੇ ਸੁੱਖ ਦਿੱਤੇ ਜਾਣਗੇ। ਸਾਧ ਸੰਗਤ ਹੁਣ ਜਿਹੜੇ ਲੋਕ ਆਸ ਰੱਖਦੇ ਆ ਵੀ ਸਾਨੂੰ ਹੁਣ ਕਰਨਾ ਕੁਝ ਨਾ ਪਵੇ ਤੇ ਸਵਰਗ ਮਿਲ ਜਾਵੇ, ਸੱਚਖੰਡ ਮਿਲ ਜਾਵੇ, ਨਾਮ ਜਪਣਾ ਨਾ ਪਏ, ਮਹਾਰਾਜ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਹਿੰਦੇ ਜਿੰਨਾ ਚਿਰ ਆਪਣੀ ਰਸਨਾ ਦੇ ਨਾਲ, ਜੀਵਾ ਦੇ ਨਾਲ ਤੂੰ ਨਾਮ ਨਹੀਂ ਜਪੇਗਾ, ਹੱਥਾਂ ਦੇ ਨਾਲ ਸੇਵਾ ਨਹੀਂ ਕਰੇਗਾ, ਕੰਨਾਂ ਦੇ ਨਾਲ ਗੁਰਬਾਣੀ ਦਾ ਜਸ ਨਹੀਂ ਸੁਣੇਗਾ, ਨਾਮ ਨਹੀਂ ਸੁਣੇਗਾ, ਉਹਨਾਂ ਚਿਰ ਤੈਨੂੰ ਸੱਚਖੰਡ ਵਿੱਚ ਵਾਸਾ ਨਹੀਂ ਮਿਲ ਜਾਵੇਗਾ। ਮਹਾਰਾਜ ਕਹਿੰਦੇ ਉਹ ਨਾਮ ਜਪਿਆ ਨਾ ਭਗਤੀ ਕੀਤੀ, ਕਿਤੋਂ ਮਿਲੂ ਸੱਚਖੰਡ। ਜਪਿਆ ਨਾ ਭਗਤੀ ਕੀਤੀ, ਸੱਚਖੰਡ ਮਿਲ ਜਾਊ। ਨਾਮ ਜਪਿਆ ਨਾ ਕਿੱਥੋਂ ਮਿਲ ਜਾ ਸੱਚਖੰਡ ਸਾਧ ਸੰਗਤ। ਜੇ ਅਸੀਂ ਉਸ ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਨਹੀਂ ਕੀਤੀ ਉਸ ਆਨੰਦ ਵਿੱਚ ਜਾਣ ਦੀ, ਤਾਂ ਕਿੱਥੋਂ ਮਿਲ ਜਾਊ ਆਨੰਦ? ਉਹ ਮਹਾਰਾਜ ਕਹਿੰਦੇ ਆਨੰਦ ਨਾ ਸਭ ਕੋ ਕਹੇ। ਸਾਰੇ ਆਨੰਦ ਕਹੀ ਜਾਂਦੇ ਨੇ, ਪਰ ਜੇ ਬੈਠ ਕੇ ਥੋੜਾ ਸਮਾਂ ਇਕਾਗਰਤਾ ਦੇ ਨਾਲ ਨਾਮ ਦੇ ਵਿੱਚ ਲਿਵ ਲਾ ਕੇ ਦੇਖ, ਉਹ ਜਿਸ ਆਨੰਦ ਬਾਰੇ ਗੱਲ ਕੀਤੀ ਹੈ ਬਾਣੀ ਵਿੱਚ ਉਹ ਆਨੰਦ ਆਇਆ ਵੀ ਹੈ। ਬਾਣੀ ਪੜ੍ਹਦਿਆਂ ਨੂੰ, ਕੀਰਤਨ ਸੁਣਦਿਆਂ ਨੂੰ, ਕਥਾ ਕਰਦਿਆਂ ਨੂੰ, ਸਾਧ ਸੰਗਤ ਗੁਰੂ ਘਰ ਆਉਂਦਿਆਂ ਨੂੰ ਉਸ ਆਨੰਦ ਦੀ ਪ੍ਰਾਪਤੀ ਹੋਈ ਵੀ ਹੈ ਕਿ ਉਹੀ ਕਹੀ ਜਾਣਾ ਵੀ ਆਨੰਦ ਹੈ, ਆਨੰਦ ਹੈ।
उस आनंद नूं प्राप्त करने की कोशिश करनी चाहिए है, जिहदा बाणी दे विच महाराज ने जिक्र किया है। खैर साध संगत किसी के दित्तियां सचखंड नहीं मिलिया करता। इत्थे महाराज कहंदे अपने हत्थी अपना आपे ही काज सवारीए। अपना कारज हुंदा घर दा, आपां नूं आप करना पैंदा। 2-250 2-3000 अपने सदे पत्तर ते भी कोई आ जाता, सारे साध संगत उही बैठे हुंदे ने। वो कहंदे असीं तां देखण आए हां, असीं तां सदे पत्तर ते आए हां, असीं काम करिए। वो काम अपने आप ही सवारने पैंदे ने। कोई बिरला बिरला हुंदा जिहड़ा नाल हो के काम करा दिया करदा, नहीं तां महाराज कहंदे ये काम सारे आपां नूं आप ही करने पैणे। इसलिए बाणी दा अभ्यास भी आप ही करना पैना, कोई किसी नूं अपना फल नहीं दिया करदा। खैर साध संगत हुण लुकाई चाहुंदी सानूं करना कुछ ना पवे। जिन्हां ने सुनिया साध संगत स्वर्ग दे आनंद मिलने ने 1 महीने वास्ते, कहंदे सारे बहीरां घट के साध संगत उत्थे पहुंच जांदे ने। कोई दर्शन करता बड़े तन लगा होया है। मैं बैठा एक दिन सोचता सी, एक दिन की शायद अज ही सोचता सी भी देखो गुरु घरां दे विच AC भी लग गए, गुरु घरां दे विच हर नूं सहूलत मिलती है, प्रसादा भी मिलता है, जल पानी चाह पकौड़ियां दे लंगर भी चलते हैं। देखो असीं इधर नूं आके खुश नहीं हाँ, उत्थे गर्मी च असीं धक्के पैंदे ने। साध संगत कोई AC नहीं, सूरज की तपश है, मेले लगे हुए ने, असीं उत्थे जाके अपने आप नूं बड़े भागां वाले समझदे हां। इत्थे महाराज ने किन्ने सुख दिते ने, जिहड़े नगर विच जाईदा 4-4 5-5 6-6 AC लगी हुए ने हाल के हिसाब दे नाल। किन्ना आनंद है, किन्ना वो कर रहे ने संगत वास्ते, पर संगत उत्थे जाण नूं तैयार नहीं है। इहनूं कलयुग ही कहांगे, होर की कहांगे। खैर लोकी साध संगत भजे जाते ने भी सानूं स्वर्ग दे सुख मिलने ने, 1 महीने वास्ते स्वर्ग मिल जाना, सारे वाहू दाही भजी जाते ने। वो जिहड़ा जोगी है बहुतिआं नूं साध संगत ये भी हुंदा है भी संगत बहुत आवे, संगत बहुत होवे। वो इहनूं महाराज कहंदे ये भी एक हउमे ही है, ये भी एक हउमे ही है। कहंदे जदों वो देखिया जोगी ने बड़ा लोग भीड़ इकट्ठी हो गई, पुछया चेलियां चामटियां तो कहंदे कोई रह तां नहीं गया, सारे आ गए, कोई रह तां नहीं गया। वो कहंदे महाराज होर तां सारे नगरां चों आ गए, एक अपने गढ़ शंकर दा भाई तिलकू करके है महाराज, वो नहीं आया जोगी राज। कहंदे वो क्यों नहीं आया? कहंदे महाराज असीं गए तां सी पर वो आया नहीं। कहते जाओ उन्होंने जाके कहो तेन 1 साल का स्वर्ग दे देने, आके साडे दर्शन कर लवे। साध संगत जाके उहदे चेलियां चामटियां ने भाई तिलकू जी के घर का दरवाजा खड़काया। कहते तिलकू ओ भाई तिलकू जे आज साडे जोगी राज के दर्शन कर ला भाई, देख किन्ने लोग आए हुए ने नगरां नगरां तो दर्शन कर ली, रौनक मेला भी देख लै। तेनों बाकियां नूं 1 महीने का स्वर्ग है, तेनों 1 साल का स्वर्ग जोगी राज ने कह दिता है। जा आजा दर्शन कर लै, तेरे उत्तम भाग ने, इहो जिहे जोगी राज मुड़ के मिलना नहीं है। कहंदे अंदरों आवाज आई, की आई? कहंदे किहड़े स्वर्गां दी गल करदे हो? वो स्वर्ग वो जेड़ा सुख सतगुर दे चरनां च वो विच ना सवारे गांदे, सुख सतगुर दे चरनां च विच ना सवारे गांदे। तेरा
ਜਿਹੜਾ ਸੁਖ ਸਾਥੇ ਗੁਰੇ ਚਰਨਾਂ ਚ ਜਿਹੜਾ ਸੁਖ ਸਾਥੇ ਗੁਰੇ ਚਰਨਾਂ ਚ ਜਿਹੜਾ ਸੁਖ ਸਾਥੇ ਗੁਰੇ ਦੇ ਚਰਨਾਂ ਚ ਵਾਹਿ ਨਾਮ ਦੇ। ਉਹ ਕਹਿੰਦੇ ਕਿਹੜੇ ਸਵਰਗ ਦੀ ਗੱਲ ਕਰਦੇ ਹੋ? ਮੈਂ ਤਾਂ ਨਿੱਤੇ ਸਵਰਗ ਚ ਰਹਿਣਾ। ਜਿਹੜਾ ਸੁਖ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਚ ਹੈ ਉਹ ਸਵਰਗਾਂ ਸਵਰਗਾਂ ਚ ਕਿੱਥੇ ਹੈ? ਸਾਧ ਸੰਗਤ ਜਦੋਂ ਇਹੋ ਜਿਹੇ ਬੋਲ ਸੁਣੇ, ਉਹ ਭਰੋਸਾ ਸੀ ਭਾਈ ਤਿਲਕੂ ਦਾ, ਐਡਾ ਭਰੋਸਾ, ਸਾਡਾ ਭਰੋਸਾ ਥਿੜਕ ਜਾਂਦਾ ਹੈ। ਸਾਧ ਸੰਗਤ ਅਸੀਂ ਮਾੜਾ ਜਿਹਾ ਸੁੱਖ, ਕਿਤੇ ਘਰ ਵਿੱਚ ਕੋਈ ਦੁੱਖ ਆ ਜਾਵੇ, ਅਸੀਂ ਫਿਰ ਭੱਜਦੇ ਹਾਂ ਗੁਰੂ ਦੇ ਦੁਆਰੇ ਤੇ ਬਿਰਲਾ ਬਿਰਲਾ ਕੋਈ ਆਉਂਦਾ ਹੈ। ਦਾਸ ਇੱਕ ਦਫਾ ਕਿਤੇ ਕੀਰਤਨ ਕਰਨ ਗਏ, ਉਹ ਮਹਾਤਮਾ ਸੀ ਕੋਈ ਹੋਰ ਮਤੰਤਰ ਦੇ, ਉਹਨਾਂ ਨੇ ਸਾਨੂੰ ਸੱਦਿਆ, ਮੈਨੂੰ ਯਾਦ ਆ ਗਿਆ ਤੇ ਕੀਰਤਨ ਹੋਇਆ ਸਾਡੇ ਕਹੇ ਦੇ ਅਨੁਸਾਰ। ਮੈਂ ਕਿਹਾ ਜੀ ਪਹਿਲਾਂ ਅਸੀਂ ਜਾ ਕੇ ਜਗ੍ਹਾ ਦੇਖਣੀ ਆ, ਕੀਰਤਨ ਮੈਂ ਫੇਰ ਕਰਨ ਆਉਣਾ, ਇਹ ਨਾ ਹੋਵੇ ਤੁਹਾਡੇ ਕੋਈ ਹੋਰ ਹੀ ਵਰਤਾਰਾ ਵਰਤਦਾ ਹੋਵੇ ਤਾਂ ਫਿਰ ਉੱਥੇ ਕੀਰਤਨ ਨਹੀਂ ਅਸੀਂ ਕਰਿਆ ਕਰਦੇ। ਉਹ ਕਹਿੰਦੇ ਆ ਕੇ ਦੇਖ ਲਓ। ਦਾਸ ਤੇ ਨਾਲ ਡਾਕਟਰ ਸਾਹਿਬ ਨੂੰ ਲੈ ਕੇ ਗਏ, ਬਲਜਿੰਦਰ ਸਿੰਘ ਨੂੰ, ਅਸੀਂ ਦੇਖਿਆ, ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਇੱਥੇ ਕੀਰਤਨ ਨਹੀਂ ਕਰਨਾ, ਜਿਹੜਾ ਖੁੱਲ੍ਹੇ ਪਰਾਗ 'ਚ ਕਰੋ ਕੀਰਤਨ, ਇੱਥੇ ਤੁਹਾਡਾ ਆ ਜਿਹੜਾ ਆਪਣਾ ਵੀ ਤੁਸੀਂ ਕਰਦੇ ਹੋ ਇੱਥੇ ਨਹੀਂ। ਉਹ ਕਹਿੰਦੇ ਜਿਵੇਂ ਤੁਹਾਡਾ ਹੁਕਮ ਹੈ, ਖੁੱਲ੍ਹਾ। ਉਹਨਾਂ ਨੇ ਮਹਾਰਾਜ ਦਾ ਬੜਾ ਸਤਿਕਾਰ ਕੀਤਾ, ਬਹੁਤ ਸਜਾਇਆ। ਫਿਰ ਉਹ ਬੇਨਤੀ ਨਾਲ ਜਿਹੜੇ ਉਹ ਥੱਲੇ 10 ਪਹਿਲਾਂ ਬੇਨਤੀ ਕਰ ਚੁੱਕਾ ਵੀ ਉਹ ਚੇਲੇ ਰੱਖੇ ਹੁੰਦੇ ਨੇ, ਉਹਨਾਂ ਨੂੰ ਕੀਰਤਨ ਪਸੰਦ ਆ ਗਿਆ। ਮੈਨੂੰ ਕਹਿੰਦੇ ਸਾਡੇ ਤੁਸੀਂ ਹਾਜ਼ਰੀ ਭਰਿਆ ਕਰੋ, ਸਾਡੀ ਸੰਗਤ ਬਹੁਤ ਹੈ, ਹਾਜ਼ਰੀ ਭਰਿਆ ਕਰੋ, ਤੁਹਾਡੇ ਕੀਰਤਨ ਨਹੀਂ ਮੁੱਕਣੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਨਹੀਂ ਮਹਾਰਾਜ, ਬਾਬਾ ਜੀ ਅਸੀਂ ਇਉਂ ਕੀਰਤਨ ਨਹੀਂ ਕਰਦੇ, ਅਸੀਂ ਤਾਂ ਇਉਂ ਕੀਰਤਨ ਕਰਦੇ ਹਾਂ ਜਿਹੜਾ ਪ੍ਰੇਮ ਨਾਲ ਸਾਨੂੰ ਸੱਦਦਾ। ਅਸੀਂ ਆਪਣੇ ਕੋਈ ਬੰਦੇ ਨਹੀਂ ਰੱਖੇ, ਕੋਈ ਏਜੰਟ ਨਹੀਂ ਰੱਖੇ। ਜਿਵੇਂ ਸੰਗਤ ਸਾਨੂੰ ਕੋਈ ਪਸੰਦ ਕਰਦੀ, ਸੰਗਤ ਵਿੱਚੋਂ ਸੁਣ ਕੇ ਸਾਨੂੰ ਕੋਈ ਸੱਦਦਾ ਹੈ ਪ੍ਰੇਮ ਦੇ ਨਾਲ, ਅਸੀਂ ਉੱਥੇ ਕੀਰਤਨ ਕਰਨ ਜਾਂਦੇ। ਇਹ ਤਾਂ ਸਾਨੂੰ ਵੀ ਪਤਾ ਤੁਹਾਡੀ ਸੰਗਤ ਬਹੁਤ, ਅਸੀਂ ਹੋਰ ਸਥਾਨਾਂ 'ਤੇ ਜਾਂਦੇ ਹਾਂ ਤਾਂ ਅਸੀਂ ਕਹਿ ਕੇ ਕੀਰਤਨ ਲਈ ਜਾਈਏ, ਨਹੀਂ ਬਾਬਾ ਜੀ ਐਸਾ ਨਹੀਂ। ਖੈਰ ਉਹਨਾਂ ਦਾ ਮਨ ਮੰਨ ਗਿਆ। ਹੌਲੀ ਹੌਲੀ ਜਿਹੜੇ ਉਹਨਾਂ ਦੇ ਸੇਵਕ ਸੀ, ਸਾਧ ਸੰਗਤ, ਉਹਨਾਂ ਨੂੰ ਕਹਿਣ ਲੱਗ ਪਏ ਇਹਨਾਂ ਨੂੰ ਸੱਦੋ, ਇੱਥੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਜਬੂਰ ਕਰਕੇ ਸੱਦੋ। ਉਹ ਸੱਜਣ ਮੈਨੂੰ ਕਹਿਣ ਲੱਗਾ ਦੇਖੋ ਤੁਹਾਡੇ ਘਰ ਵਾਲੀ ਕਿੰਨੀ ਬਿਮਾਰ ਰਹਿੰਦੀ ਹੈ, ਬਾਬਾ ਜੀ 'ਚ ਬੜੀਆਂ ਸ਼ਕਤੀਆਂ ਨੇ, ਬੜੀਆਂ ਬਰਕਤਾਂ ਨੇ, ਇੱਥੇ ਜਿਹੜੇ ਆਉਂਦੇ ਦੂਰੋਂ ਦੂਰੋਂ ਚੱਲ ਕੇ ਇਹ ਇੱਕ ਵਾਰੀ ਇਹ ਨਜ਼ਰ ਕਰਦੇ ਆ ਤੇ ਉਹ ਠੀਕ ਹੋ ਕੇ ਚਲੇ ਜਾਂਦੇ। ਤੁਸੀਂ ਇੱਥੇ ਹਾਜ਼ਰੀ ਭਰੋ, 5 ਚੌਂਕੀਆਂ ਭਰ ਲਓ, ਤੁਹਾਡੀ ਘਰ ਵਾਲੀ ਨੰਬਰ 9 ਹੋ ਜਾਵੇ। ਉਹ ਮੈਨੂੰ ਕਿਹਾ, ਮੈਂ ਕਿਹਾ ਦੇਖ ਸੱਜਣਾ, ਮੈਂ ਜਿੱਥੇ ਵੱਜਾ ਮੈਨੂੰ ਉੱਥੇ ਵੱਜਾ ਰਹਿਣ ਦੇ, ਇੱਕੋ ਕਿੱਲੇ ਦੇ ਉੱਪਰ ਕੰਮ ਠੀਕ ਰਹਿੰਦਾ ਹੁੰਦਾ ਹੈ, ਦਰ ਦਰ ਦਾ ਮੰਗਤਾ ਨਾ ਬਣਾ। ਮੇਰੇ ਗੁਰੂ ਨਾਨਕ ਦੇ ਵਿੱਚ ਬੜੀਆਂ ਸ਼ਕਤੀਆਂ, ਜਿਹੜੇ ਮਹਾਂਪੁਰਖਾਂ ਦੇ ਅਸੀਂ ਦਰ ਦੇ ਕੂਕਰ ਹਾਂ, ਉਹ ਕਿਤੇ ਐਰੇ ਗੈਰੇ ਨਹੀਂ ਹੈ, ਉਹਨਾਂ ਵਿੱਚ ਬੜੀਆਂ ਬਖਸ਼ਿਸ਼ਾਂ ਨੇ। ਜੇ ਉਹਨਾਂ ਨੂੰ ਮਨਜ਼ੂਰ ਹੋਇਆ ਉਹਨੀ ਠੀਕ ਕਰ ਦੇਣਾ, ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਖੈਰ ਬੜਾ ਮੇਰੇ ਤੇ ਦਬਾਅ ਜਿਹਾ ਪਾਇਆ। ਮੈਂ ਕਿਹਾ ਦੇਖੋ ਮੈਂ ਤੁਹਾਡੇ ਆਇਆ ਨਹੀਂ ਕਰਨਾ, ਤੇਰੀ ਮੇਰੀ ਯਾਰੀ ਵੀ ਜਾਂਦੀ ਲੱਗੀ ਭਾਈ, ਮੈਨੂੰ ਕੰਪੈਲ ਨਾ ਕਰੋ, ਫੋਰਸ ਨਾ ਕਰੋ। ਜੇ ਗੱਲ ਕੀਰਤਨ ਦੀ ਤੁਸੀਂ ਕਹਿੰਦੇ ਵੀ ਕੀਰਤਨ ਪੜ੍ਹੇ, ਤਾਂ ਮੈਂ ਜਿੱਥੇ ਜਾਣਾ ਮੈਂ ਗੁਰੂ ਨਾਨਕ ਦੇ ਨਾਮ ਲੈ ਕੇ ਬੈਠਾ ਆ। ਸਾਧ ਸੰਗਤ ਕੀਰਤਨ ਮੈਨੂੰ ਉਹੀ ਬੜੇ ਨੇ, ਮੈਂ ਇਸ ਮਾਇਆ ਦਾ ਫਿਰ ਮੈਨੂੰ ਕੋਈ ਲਾਭ ਨਹੀਂ ਹੈ। ਜੇ ਮੈਂ ਆਪ ਦਾ ਗੁਰੂ ਦਾ ਦਰ ਛੱਡ ਕੇ ਆ ਥੋੜੇ ਜਿਹੇ ਦੁੱਖ ਬਦਲੇ ਮੈਂ ਇੱਥੇ ਆ ਕੇ ਚੌਂਕੀਆਂ ਭਰਦਾ ਫਿਰਾਂ। ਖੈਰ ਮੈਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਗੁਰੂ ਦੀ ਕਿਰਪਾ ਮੈਂ ਦੱਸ ਰਿਹਾ। ਉਹਨਾਂ ਦੇ ਨਾਲੋਂ ਮੈਂ ਨਾਤਾ ਤੋੜ ਲਿਆ, ਮੈਂ ਉੱਥੇ ਕੀਰਤਨ ਨਹੀਂ ਕਰਨ ਗਿਆ। ਇੱਧਰ ਮਹਾਰਾਜ ਨੇ ਬਖਸ਼ਿਸ਼ ਕੀਤੀ, ਚਲੋ ਪਰਿਵਾਰ ਵੀ ਰਾਜੀ ਬਾਜੀ ਹੈ। ਖੈਰ ਉਹ ਦੱਸਿਆ ਜਿਹੜਾ ਸੁੱਖ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹੈ ਉਹ ਸਵਰਗਾਂ 'ਚ ਕਿੱਥੇ? ਸਾਧ ਸੰਗਤ ਇਹ ਝੂਠੇ ਸੁੱਖ ਹੋਇਆ ਕਰਦੇ ਨੇ, ਥੋੜੇ ਦਿਨਾਂ ਦੇ ਹੋਇਆ ਕਰਦੇ ਨੇ। ਉਹ ਚਲੇ ਗਏ, ਚੇਲਿਆਂ ਨੇ ਜਾ ਕੇ ਜੋਗੀ ਰਾਜ ਨੂੰ ਦੱਸਿਆ ਵੀ ਮਹਾਰਾਜ ਅਸੀਂ ਦਰਵਾਜ਼ਾ ਖੜਕਾਇਆ, ਖੋਲ੍ਹਿਆ ਨਹੀਂ, ਪਰ ਅਸੀਂ ਆਵਾਜ਼ ਦਿੱਤੀ ਤੈਨੂੰ 1 ਸਾਲ ਦਾ ਸੁੱਖ ਦੇ ਦੇਵਾਂਗੇ। ਮਹਾਰਾਜ ਜੋਗੀ ਰਾਜ ਕਹਿੰਦੇ ਨੇ 1 ਸਾਲ ਦਾ ਸੁੱਖ ਦੇ ਦੇਵਾਂਗੇ, ਸਾਡੇ ਦਰਸ਼ਨ ਕਰ ਲਾ ਆ ਕੇ। ਸਾਧ ਸੰਗਤ ਉਹ ਕਹਿੰਦੇ ਅੰਦਰੋਂ ਆਵਾਜ਼ ਉਹਨਾਂ ਨੇ ਦੇਤੀ ਵੀ ਅਸੀਂ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਸਵਰਗਾਂ ਦੀ ਕੀ ਲੋੜ ਹੈ, ਅਸੀਂ ਤਾਂ ਉਹ ਉੱਥੇ ਸਦਾ ਹੀ ਨਿਵਾਸ ਕਰਦੇ ਹਾਂ। ਜਿਹੜਾ ਸੁੱਖ ਸਾਡੇ ਗੁਰੂ ਦੇ ਚਰਨਾਂ ਦੇ ਵਿੱਚ ਹੈ ਉਹ ਹੋਰ ਕਿਤੇ ਨਹੀਂ ਹੈ। ਕਹਿੰਦੇ ਅੱਛਾ ਇਹ ਐਸਾ ਹੈ? ਕਹਿੰਦੇ ਕੋਈ ਨਾ, ਜੇ ਇਹ ਨਹੀਂ ਮੰਨਦਾ ਫਿਰ ਸਾਨੂੰ ਮਨਾਉਣਾ ਆਉਂਦਾ ਹੈ। ਇਹੋ ਜਿਹੇ ਲੋਕਾਂ ਕੋਲ ਰਿੱਧੀਆਂ ਸਿੱਧੀਆਂ ਹੋਇਆ ਕਰਦੀਆਂ ਨੇ, ਉਹ ਪੁੱਠੇ ਸਿੱਧੇ ਕੰਮ ਕਰਦੇ। ਆਪਾਂ ਜਾਣਦੇ ਨਾ, ਕਈ ਕਹਿੰਦੇ ਫਲਾਣੇ ਕੋਲ ਚੱਲ ਜਾਓ, ਉਹ ਕੀ ਕਰਦਾ? ਜਿਹੜੀਆਂ ਰਿੱਧੀਆਂ ਸਿੱਧੀਆਂ ਕਮਾਈਆਂ ਹੋਈਆਂ ਨੇ ਉਹ ਦੂਜੇ ਦਾ ਨੁਕਸਾਨ ਕਰਦੇ ਨੇ। ਉਹ ਕਾਹਦੀਆਂ ਰਿੱਧੀਆਂ ਸਿੱਧੀਆਂ? ਸਾਥ ਜਿਹੜਾ ਕਿਸੇ ਦਾ ਨੁਕਸਾਨ ਕਰ ਦੇਵੇ, ਜੇ ਇਸ ਲਈ ਇਹ ਕੱਟੇ ਨੇ, ਕੋਈ ਸ਼ਕਤੀਆਂ ਪ੍ਰਾਪਤ ਕੀਤੀਆਂ ਨੇ, ਉਹ ਕਿਸੇ ਦੇ ਭਲੇ ਹਿੱਤ ਲਾ ਦੋ ਸਾਧ ਸੰਗਤ, ਉਹਦਾ ਲਾਭ ਜ਼ਿਆਦਾ ਹੋਇਆ ਕਰਦਾ ਹੈ। ਖੈਰ ਜਦੋਂ ਕਹਿੰਦੇ ਅੱਛਾ ਨਹੀਂ ਆਉਂਦਾ ਫਿਰ ਸਾਨੂੰ ਲਿਆਉਣਾ ਆਉਂਦਾ ਹੈ,
ਕਹਿੰਦੇ ਰਿੱਧੀਆਂ ਸਿੱਧੀਆਂ ਜਿਹੜੀਆਂ ਸ਼ਕਤੀਆਂ ਵੀਰ ਬਸ ਵਿੱਚ ਕੀਤੇ ਹੋਏ ਨੇ ਉਹਨਾਂ ਨੂੰ ਹੁਕਮ ਦਿੰਦਾ ਜਾਓ ਜਾ ਕੇ ਭਾਈ ਤਿਲਕੂ ਤੇ ਵਾਰ ਕਰੋ, ਉਹਨੂੰ ਪਤਾ ਲੱਗੇ ਵੀ ਜੋਗੀ ਰਾਜ ਵੀ ਕੋਈ ਚੀਜ਼ ਹੈ। ਸਾਧ ਸੰਗਤ ਉਹ ਰਿੱਧੀਆਂ ਸਿੱਧੀਆਂ ਉਹ ਜਿਹੜੇ ਗੁਪਤ ਵੀਰ ਹੁੰਦੇ ਨੇ, ਆਪਾਂ ਕਹਿੰਦੇ ਗੁਪਤ ਰੂਹਾਂ ਤੰਗ ਕਰਦੀਆਂ ਨੇ, ਕੋਈ ਕਹਿੰਦਾ ਤੁਹਾਡੇ ਘਰ ਵਿੱਚ ਆ ਹੈ, ਉਹ ਛੱਡ ਦਿੱਤਾ। ਸਾਧ ਸੰਗਤ ਜਦੋਂ ਉਹ ਗਏ ਅੱਗੇ ਕੌਣ ਬੈਠਾ, ਅੱਗੇ ਭਾਈ ਤਿਲਕੂ ਹੈ ਜਿਹਦੇ ਸਿਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੱਥ ਹੈ। ਬਾਣੀ ਵਿੱਚ ਆਉਂਦਾ ਨਾ, जिसके सुर ऊपर तू स्वामी सो दुख कैसा पावे, बोल ना जाने माया मद माता मरना चीत ना आवे। मेरे राम राये तू संतां का संत तेरे, तेरे सेवक को पौगश ना जम नहीं आवे नेरे, जेड़ा ओदा बन गया। साथ संगत लोग बाहर करते ने जिन्हां दा मनसूबा माड़ा हुंदा, उन्हीं माड़े कर्म करिया करते ने, कदी किते जांदे कदी किते जांदे ने माड़ा करन दे लई। पर साध संगत पर जिहड़ा परमेश्वर है, जिहड़ा गुरु है, तुसीं जिहनूं बांह फड़ाई ना भरोसा रख के, महाराज कहंदे तत्ती वाह भी लगन ना देवे, जीदा राखा हो जे वाहिगुरू, वाह भी लगन ना देवे, जीदा राखा हो जे वाहिगुरू। फिर वो आप बन जाता, ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿਆ ਕਰਦਾ। ਇਹਦੇ ਜਿਹੜੇ ਵੀਰ ਭੇਜੇ, ਇਹਦੀ ਜਿਹੜੀਆਂ ਸਿੱਧੀਆਂ ਸਿੱਧੀਆਂ ਸ਼ਕਤੀਆਂ ਗੁਪਤ ਭੇਜੀਆਂ, ਉਹ ਆਪਣਾ ਜ਼ੋਰ ਲਾ ਲਿਆ, ਪਰ ਭਾਈ ਤਿਲਕੂ ਦਾ ਕੁਝ ਵੀ ਵਿਗਾੜ ਨਹੀਂ ਸਕੀਆਂ। ਕਿਉਂ? ਭਰੋਸਾ ਇਤਨਾ ਹੈ ਆਪਣੇ ਗੁਰੂ ਦੇ ਉੱਪਰ। ਨਾਮ ਜਪਦਾ ਹੈ, ਧੁਨਾਂ ਅੰਦਰੋਂ ਬਾਣੀ ਦੀਆਂ ਆ ਰਹੀਆਂ ਨੇ, ਕਦੀ ਗੁਰਮੰਤਰ ਕਦੀ ਮੂਲ ਮੰਤਰ ਦੀਆਂ। ਸਾਧ ਸੰਗਤ ਉਹਨਾਂ ਦਾ ਕੁਝ ਨਹੀਂ ਬਣਦਾ, ਕਦੇ ਵਾਪਸ ਉਹ ਸ਼ਕਤੀਆਂ ਜਾ ਕੇ ਉਸ ਕੰਨ ਪਾਟੇ ਜੋਗੀ ਨੂੰ ਪੈਂਦੀਆਂ ਨੇ। ਖੈਰ ਕਹਿੰਦਾ ਐਸਾ ਹੈ। ਸਾਧ ਸੰਗਤ ਫਿਰ ਆਪ ਚੱਲ ਕੇ ਜਾਂਦਾ ਹੈ। ਇਹਦੇ ਕਾਰਨ ਕਹਿੰਦਾ ਮੇਰੇ ਦਰਸ਼ਨ ਕਰ ਲੈ, ਤੈਨੂੰ ਸਵਰਗ ਦੇ ਦੇਵਾਂ। ਸਿੱਖਣੀ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਿਆ ਕਰਦੇ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰੱਦੇ, ਸੰਤਾਂ ਨੇ ਤਾਂ ਰੱਦ ਕੀਤੇ ਹੋਏ ਨੇ। ਸਾਧ ਸੰਗਤ ਕਿਹੜਾ ਨਰਕ ਕਿਹੜਾ ਸੁਰਗ, ਤਾਂ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਿਹਾ ਕਰਦੇ ਨੇ। ਹੁਣ ਇਹ ਜੋਗੀ ਆਪ ਜਾਂਦਾ ਹੈ, ਜਾ ਕੇ ਸਾਧ ਸੰਗਤ ਫਿਰ ਆਪਣੇ ਯੋਗ ਬਲ ਦੇ ਨਾਲ ਇਹਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਵੀ ਵਾਰ ਇਹਦਾ ਖਾਲੀ ਚਲਿਆ ਜਾਂਦਾ ਹੈ। ਸਾਧ ਸੰਗਤ ਦਰਵਾਜ਼ਾ ਖਟਖਟਾਉਂਦਾ ਗਿੜਗੜਾਉਂਦਾ ਹੈ, ਉਹ ਭਾਈ ਤਿਲਕੂ ਦਰਵਾਜ਼ਾ ਖੋਲ, ਭਾਈ ਤਿਲਕੂ ਦਰਵਾਜ਼ਾ ਖੋਲ, ਤੈਨੂੰ 2 ਸਾਲ ਦਾ ਸਵਰਗ ਦੇ ਦੇਵਾਂਗਾ, ਮੇਰੇ ਦਰਸ਼ਨ ਕਰ ਲੈ। ਤੈਨੂੰ ਉਹ ਕਹਿੰਦੇ ਉਹ ਜੋਗੀ ਰਾਜ ਅਸੀਂ ਤਾਂ ਨਿਤ ਸਵਰਗਾਂ ਵਿੱਚ ਰਹਿੰਦੇ, ਮੇਰੇ ਗੁਰੂ ਦਾ ਹੁਕਮ ਹੈ ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਉਹੀ है बैकुंठ नगरी, बैठ के हरि के गुण गाइए, वही है बैकुंठ नगरी। घर काम में कुंड बन जाते जिसे हरि नाम जपिए, घर काम में कुंड बन जाते नाम जपिए। माता
जोगी राज नूं कहा भाई तिलकू ने कहते जिथे मालक का नाम जप हुंदा ओ घर बैकुंठ दी न्याईयां होर बैकुंठ किथों आ बैकुंठ विच ही बैठे आपां हर कीर्तन में आप निरंकारा जिथे उहदा कीर्तन हुंदा श्रद्धा भावना दे नाल उत्थे परमेश्वर दा वासा होया करदा है जिथे कोई नाम जपदा अपने घर विच बैठ के परमेश्वर नूं हाजर नाजर जान के मानो वो बैकुंठ विच ही बैठा होया है बहुत घर ऐसे ने जिथे नित ही बैकुंठ दा वासा होया हुंदा है साध संगत घर बैकुंठ दी न्याई ने बड़ा कुछ किया पर भाई तिलकू अपने भरोसे तो सिदक तो डोलिया नहीं खैर गिड़गड़ाउंदा है दरवाजा खोल तेनू तेरे गुरु का वास्ता है जदों गुरु अर्जन देव जी महाराज का वास्ता पाया कहते भाई तिलकू ने दरवाजा खोल दिता और जोगी चरना च जाके डिग पैंदा है कहते धन भाई तिलकू धन तेरी कमाई आ देख लोग कितने आए हुए ने एक स्वर्ग के सुखा की खातर भरिया पिया है गढ़ शंकर जे नहीं आया ਤਾਂ ਤੂੰ ਨਹੀਂ ਆਇਆ ਉਹ ਕਹਿੰਦਾ ਸਾਰੇ ਸੁੱਖ ਮੇਰੇ ਗੁਰੂ ਦੇ ਨਾਮ ਦੇ ਵਿੱਚ ਹੈ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਹੈ ਜਿਹੜਾ ਨਾਮ ਬਖਸ਼ਿਸ਼ ਕੀਤਾ ਮੈਨੂੰ ਉਹ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਮੈਂ ਪਹੁੰਚਿਆ ਹੋਇਆ ਹਾਂ ਖੈਰ ਸਾਧ ਸੰਗਤ ਧੰਨ ਧੰਨ ਕਹਿੰਦਾ ਹੈ ਧੰਨ ਤੂੰ ਗੁਰੂ ਦਾ ਸਿੱਖ ਧੰਨ ਤੇਰਾ ਗੁਰੂ ਚਰਨਾਂ ਤੇ ਪਿਆ ਕਹਿੰਦਾ ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਾ ਦੇ ਸਾਧ ਸੰਗਤ ਮਹਾਰਾਜ ਦੀ ਸ਼ਰਨ ਵਿੱਚ ਲੈ ਕੇ ਆਇਆ ਸੀ ਭਾਈ ਤਿਲਕੂ ਮੈਂ ਅੱਗੇ ਨਹੀਂ ਜਾਣਾ ਕਿਉਂਕਿ ਸਮੇਂ ਦੀ ਸਮਾਪਤੀ ਹੈ भाई तिलकू दे सिदक सदका ये जिहड़ा कन्न पाटा जोगी है ये महाराज की शरण में आया सी महाराज ने इहदे जीवन का हाल भी सुना दिता सी खैर महाराज का सिख बनया महाराज के कोलों फिर इन्हें भी साथ संगत वो रहमतां बख्शिशां प्राप्त कीतियां जिहड़ियां भाई तिलकू नूं महाराज ने बख्शियां सी ऐदा सिदक जिहड़ा है वो सिख दा होना चाहिए है गुरु दे कोलों नामदान लै लिया सज्जे खब्बे भी जाके मंगता रहा महाराज कहंदे इउं गल नहीं माननी जे तेनों इत्थों नहीं ना मिलिया बाबा नानक सिंह जी महाराज नानसर कलेरां वाले दास दे जीवन दाते वो कहा करते सी जिहदी पूरी गुरु ग्रंथ साहब तो नहीं ना पई ओहदी कितों नहीं पैनी इत्थे ही सब कुछ है अपने सिदक नूं कायम रखो सज्जे खब्बे ना जाओ आओ आखिरी धारना पढ़ के आपां समय की समाप्ति दे आनंद साहब का पाठ भाई तिलकू का भरोसा सानूं दसदा सिखा जदों गुरु दा बन गया फिर तेनू होर पासे तो तौबा करनी पैनी है तेरे ते फिर सारियां बख्शिशां गुरु कर देगा हाँ तेनू गुरु फिर कसवटियां ला के जरूर देखता है दुख सुख दो दर कपड़े पहरे जाए मनुख ये जिहड़े देह दे नाल ही रोग ने साध संगत जे आउंदे ने गुरु हाथ दे के बचा भी कर दिया करता है मन ना डलाइए चित ना डलाइए अरदास करिए महाराज जिवें किवें भी है सानू अपने बना लो सच्चे पातशाह कर दे हम अपने बना लो सच्चे पातशाह कर दे दुख सुख आउंदे ने तो तुसीं किरपा रख के सानू अपने चरणों के नाल जोड़ के रखो महाराज इतनियां बेनतियां प्रवान करियो भाई
ਗੁਰੂ ਤੇ ਭਰੋਸਾ ਬਣਾਈਏ। ਗੁਰੂ ਦੀ ਬਾਣੀ ਪੜ੍ਹਦੇ ਹਾਂ, ਗੁਰੂ ਦੀ ਬਾਣੀ ਤੇ ਭਰੋਸਾ ਬਣ ਜਾਵੇ ਸਾਡਾ। ਜੋ ਕੁਝ ਵੀ ਮੰਗਣਾ ਗੁਰੂ ਦੇ ਦਰ ਤੋਂ ਮੰਗੀਏ, ਜਿੱਥੋਂ ਗੁਰੂ ਮਹਾਰਾਜ ਨੇ ਸਾਨੂੰ ਹਟਾਇਆ ਹੈ, ਜਿਸ ਮਨਮਤ ਤੋਂ, ਉਸ ਮਨਮਤ ਦਾ ਗੁਰੇਜ਼ ਕਰੀਏ ਤਾਂ ਗੁਰੂ ਦੀਆਂ ਖੁਸ਼ੀਆਂ ਮਿਲਣੀਆਂ। ਬਾਕੀ ਜਿਹੜੇ ਸੰਸਾਰੀ ਪਦਾਰਥ ਨੇ ਨਾ, ਇਹ ਤਾਂ ਰਿੱਧੀਆਂ ਸਿੱਧੀਆਂ ਨਾਲ ਉਹ ਦਿੰਦੇ ਨੇ, ਕੁਝ ਸਮੇਂ ਬਾਅਦ ਇਹ ਜਿਹੜੇ ਸੁਖਦਾਇਕ ਸਾਨੂੰ ਲੱਗਦੇ ਨੇ ਪਦਾਰਥ, ਇਹ ਦੁੱਖ ਰੂਪ ਹੋ ਕੇ ਸਾਡੇ ਅੱਗੇ ਆ ਜਾਇਆ ਕਰਦੇ ਨੇ। ਜਿਹੜਾ ਸਦੀਵੀ ਸੁੱਖ ਹੈ ਉਹ ਗੁਰੂ ਦੀ ਸ਼ਰਨ ਵਿੱਚ ਪਿਆ ਹੀ ਮਿਲਿਆ ਕਰਦਾ ਹੈ। ਸੋ ਭਾਈ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰਬਾਣੀ ਦੀਆਂ ਪੰਕਤੀਆਂ ਉਚਾਰਨ ਕਰਦਿਆਂ ਇੱਕ ਨੇ ਬੇਅੰਤ ਭੁੱਲਾਂ ਹੁੰਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਕਥਾ ਕੀਰਤਨ ਦੀ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਹਾਰਾਜ ਬਖਸ਼ ਲੈਣ। ਗੁਰੂ ਦੀ ਪਿਆਰੀ ਸੰਗਤ ਬਖਸ਼ ਲਵੇ। ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਨ, ਸੰਗਤਾਂ ਦੀ ਸੇਵਾ ਕਰਦੇ ਰਹੀਏ। ਆਓ ਜਿਹੜੀ ਰਸਨਾ ਧਾਰਨਾ ਕੀਰਤਨ ਵਿੱਚ ਨਹੀਂ ਬੋਲੀ, ਉਹ ਆਨੰਦ ਸਾਹਿਬ ਵਿੱਚ ਬੋਲ ਕੇ ਆਪਣੀ ਹਾਜ਼ਰੀ